ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ, ਪਹਿਲਾ ਸਵਰੂਪ ਆਪਣੇ ਹਸਤ ਕਮਲਾਂ ਦੁਆਰਾ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ, ਜੋ ਰਿਸ਼ਤੇ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੇ, ਭਾਵਾਂ ਕਿ ਉਹਨਾਂ ਦੀ ਰਚਨਾ ਦੇ ਸੰਬੰਧ ਵਿੱਚ ਇਹ ਸ਼ਬਦਾਵਲੀ ਅਸੀਂ ਆਮ ਸੁਣਦੇ ਜਾਂ ਬੋਲਦੇ ਹਾਂ ਕਿ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਉਹਨਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਹੈ। ਪਰ ਜਿਨ੍ਹਾਂ ਨੇ ਭਾਈ ਸਾਹਿਬ ਜੀ ਦੀ ਰਚਨਾ ਨੂੰ ਪੜ੍ਹਿਆ ਹੈ, ਕੁਝ ਕੁ ਸ਼ਬਦ, ਕੁਝ ਕੁ ਸ਼ਲੋਕਾਂ ਦੇ ਅਰਥ ਤਾਂ ਉਹਨਾਂ ਦੀ ਰਚਨਾ ਵਿੱਚੋਂ ਜ਼ਰੂਰ ਮਿਲਣਗੇ, ਪਰ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਭਾਈ ਸਾਹਿਬ ਨੇ ਨਹੀਂ ਕੀਤੀ। ਉਹਨਾਂ ਦੇ ਸੋਰਠੇ, ਕਵਿਤ ਔਰ ਖਾਸ ਕਰਕੇ ਵਾਰਾਂ ਇੱਕ ਨੁਕਤੇ ਨੂੰ ਲੈ ਕੇ ਉਹ ਪ੍ਰਮਾਣ ਦਿੰਦੇ ਨੇ, ਤੇ ਉਹਨਾਂ ਦੀ ਰਚਨਾ ਦੇ ਵਿੱਚ ਖੂਬੀ ਇਹ ਵੇ, ਚਾਹੇ ਕਵਿਤ ਪੜੋ, ਭਾਵੇਂ ਭਾਈ ਸਾਹਿਬ ਦੀਆਂ ਵਾਰਾਂ ਦੀ ਕੋਈ ਪੌੜੀ ਪੜੋ, ਕਵਿਤ ਵਿੱਚ ਅਕਸਰ 3 ਉਦਾਹਰਨਾਂ, ਵੱਧ ਤੋਂ ਵੱਧ 6 ਉਦਾਹਰਨਾਂ, ਅਖੀਰ ਤੇ ਭਾਈ ਸਾਹਿਬ ਕਵਿਤ ਦੀ ਆਖਰੀ ਤੁਕ ਵਿੱਚ ਦੱਸਣਾ ਚਾਹੁੰਦੇ ਨੇ ਕਿ ਜੋ ਕੁਝ ਮੈਂ ਉਦਾਹਰਨ ਦਿੱਤੀ ਮੈਂ ਸਮਝਾਣਾ ਕੀ ਹੈ। ਇਸੇ ਤਰ੍ਹਾਂ ਵਾਰਾਂ ਦੀਆਂ ਪੌੜੀਆਂ ਵਿੱਚ ਹੈ, ਪਹਿਲਾਂ ਭਾਈ ਸਾਹਿਬ ਉਦਾਹਰਨਾਂ ਦੇਈ ਜਾਣਗੇ ਤੇ ਪੌੜੀ ਦੇ ਅਖੀਰ ਵਾਲੀ ਤੁਕ ਵਿੱਚ ਉਹ ਆਪਣਾ ਸਿਧਾਂਤ ਰੱਖਦੇ ਨੇ, ਮੈਂ ਜੋ ਕੁਝ ਦੱਸਿਆ ਲਿਖਿਆ ਇਹਦਾ ਮਤਲਬ ਭਾਵ ਕੀ ਹੈ। ਅਸੀਂ ਭਾਈ ਸਾਹਿਬ ਦੀ ਰਚਨਾ ਵਿੱਚੋਂ ਇਉਂ ਕਹਿ ਲਈਏ ਵੀ ਸਿੱਖ ਦੇ ਜੀਵਨ ਦੀ ਰਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਜੇ ਕਿਤੇ ਨੇ ਅੱਖਰਾਂ ਦਾ ਜਾਮਾ ਕਿਸੇ ਨੇ ਪਹਿਨਾਇਆ ਤੇ ਉਹ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ। ਸਿੱਖ ਦਾ ਜੀਵਨ ਕੀ ਹੈ, ਸਿੱਖ ਨੇ ਕਿਵੇਂ ਸੰਸਾਰ ਵਿੱਚ ਵਿਚਰਨਾ ਹੈ, ਇੱਥੋਂ ਤੱਕ ਕਿ ਉਹਨਾਂ ਆਪਣੀ 11ਵੀਂ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 6ਵੇਂ ਗੁਰਦੇਵ ਤੱਕ ਜਿਹੜੇ ਮੁਖੀ ਸਿੱਖ ਸਨ, ਮੁਖੀ ਦਾ ਅਰਥ ਅੱਜ ਵਾਲਾ ਸ਼ਬਦ ਨਹੀਂ ਕਿ ਜਿਸ ਕੋਲ ਧਨ ਪਦਾਰਥ ਸੀ, ਮੁਖੀ ਦਾ ਅਰਥ ਜੇ ਆਪਣੇ ਜੀਵਨ ਪੱਖੋਂ ਬਹੁਤ ਉੱਚੇ ਸਨ, ਉਹਨਾਂ ਮੁਖੀ ਸਿੱਖਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਭਗਤਾਂ ਦੇ ਜੀਵਨ ਸੰਬੰਧੀ 10ਵੀਂ ਵਾਰ ਵਿੱਚ ਬੜੇ ਵਿਸਤਾਰ ਸਹਿਤ ਜ਼ਿਕਰ ਕੀਤਾ। ਉਹਨਾਂ ਦੀ ਰਚਨਾ ਵਿੱਚੋਂ ਹੀ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ, ਦਸ਼ਮੇਸ਼ ਪਿਤਾ ਜੀ ਦੀ ਰਚਨਾ, ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ, ਉੱਥੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਉਹਨਾਂ ਦੀ ਰਚਨਾ ਵਿੱਚ ਇੱਕ ਪੌੜੀ ਹੈ ਕਿ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ। ਗੁਰਸਿੱਖੀ ਹੈ ਕਿ ਉਹ ਭਾਵੇਂ ਭਾਈ ਸਾਹਿਬ ਨੇ ਜ਼ਿਕਰ ਕਰ ਦਿੱਤਾ ਹੈ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਲ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ, ਸ਼ਾਮੇ ਠੰਡਾ ਵਿਰਤੀ ਖਾਣੀ, ਤਪਦਾ ਪਰਉਪਕਾਰ ਨੂੰ, ਠੰਡਾ ਪਰਉਪਕਾਰ ਵਿਖਾਣੀ, ਅਗਨ ਬੁਝਾਏ ਤਪਤ ਵਿੱਚ, ਠੰਡਾ ਹੋਵੇ ਬਿਲਮ ਨਾ ਆਣੀ। ਤੇ ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦੀ ਇਹ ਨਿਸ਼ਾਨੀ। आओ इस पौड़ी नूं
ਆਉਣ ਵਾਲੇ ਦਿਨਾਂ 'ਚ ਆਪਾਂ ਵਿਚਾਰ ਸਕੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਛਾਂ ਥੱਲੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰਸਿੱਖੀ ਮੁਤਾਲਕ ਜੋ ਭਾਈ ਸਾਹਿਬ ਨੇ ਕਿਹਾ ਉਸ ਦੀ ਕਿਵੇਂ ਕਿਰਪਾ ਕਰਦੀ ਹੈ, ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਸ਼ੋਭਾਏਮਾਨ ਕੋ, ਕਿਰਪਾ ਕਰੋ ਅੰਦਰ ਦੀ ਇਕਾਗਰਤਾ ਟਿਕਾ ਬਖਸ਼ਿਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ, ਸਾਡੀ ਕਥਨ ਔਰ ਸਰੋਤ ਨੂੰ ਸਤਿਗੁਰੂ ਰਸ ਪ੍ਰਦਾਨ ਕਰਨ, ਸਾਡੇ ਅੰਦਰ ਨੂੰ ਸ਼ਬਦ ਦੀ ਬਖਸ਼ਿਸ਼ ਪ੍ਰਾਪਤ ਹੋ ਸਕੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸਿੱਖੀ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਤਿੰਨ ਗੱਲਾਂ ਦੀ ਬਹੁਤ ਜ਼ਿਆਦਾ ਵਿਆਖਿਆ ਕੀਤੀ ਗਈ। ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ, ਦੂਸਰੀ ਗੁਰ ਪਰਮੇਸ਼ਰ ਦੀ, ਮੈਂ ਸ਼ਬਦ ਫਿਰ ਦੋ ਵਰਤਾਂਗਾ, ਪਾਰ ਬ੍ਰਹਮ ਪਰਮੇਸ਼ਰ, ਦੂਜਾ ਸ਼ਬਦ ਗੁਰ ਪਰਮੇਸ਼ਰ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰ ਸਿੱਖ ਦੀ। ਹਜ਼ੂਰ ਦੇ ਅੰਮ੍ਰਿਤ ਬਚਨ ਸੀ ਪੜ੍ਹਨੇ ਆ, ਤੇ ਜਿਹੜਾ ਸਭ ਤੋਂ ਮੁੱਢਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਹੈ, ਉਹ ਦਰਅਸਲ ਹਰ ਬਾਣੀ ਪੜ੍ਹਨ ਵਾਲੇ ਨੂੰ ਇਸ ਗੱਲ ਦੇ ਸੁਚੇਤ ਔਰ ਸਮਝ ਬਖਸ਼ਦਾ ਹੈ ਕਿ ਬਾਣੀ ਪੜ੍ਹਨ ਵਾਲਿਆ, ਸਭ ਤੋਂ ਪਹਿਲੀ ਗੱਲ ਤੂੰ ਮੂਲ ਮੰਤਰ ਦੀ ਸਮਝ, ਤੇ ਜਿਤਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਜ਼ਾਨਾ ਮਿਲੇਗਾ, ਸੱਚ ਇਹ ਵੇ ਸਾਰੀ ਦੀ ਸਾਰੀ ਅੰਮ੍ਰਿਤ ਬਾਣੀ ਉਸ ਇੱਕ ਓੰਕਾਰ ਨਾਲ ਜੋੜਨ ਵਾਸਤੇ ਸਾਨੂੰ ਪ੍ਰੇਰਨਾ ਦਿੰਦੀ ਹੈ। ਫਿਰ ਸ਼ਬਦ ਮੈਂ ਦੁਹਰਾ ਦੇਣਾ, ਭਾਵਾਂ ਕਿ ਇਹ ਅਸੀਂ ਰੋਜ਼ ਪਾਠ ਕਰਨੇ ਖਾਂ, ਪਰ ਇੱਕ ਓੰਕਾਰ ਉਹ ਸਾਡਾ ਮੂਲ ਹੈ। ਤੇ ਦਾਸ ਨੇ ਇੱਕ ਵਾਰ ਇੱਥੇ ਵਿਚਾਰ ਕਰਦਿਆਂ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਓੰਕਾਰ ਸ਼ਬਦ ਨੂੰ ਤਿੰਨ ਹਿੱਸਿਆਂ ਦੇ ਵਿੱਚ ਉਚਾਰਨ ਕਰਨੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਤਿਗੁਰੂ ਨੇ ਰਾਮਕਲੀ ਰਾਗ ਦੱਖਣੀ ਵਿੱਚ, ਕਿਉਂਕਿ ਦੱਖਣੀ ਦਾ ਸੰਬੰਧ ਰਾਗ ਨਾਲ ਹੈ, ਉਸ ਵਿੱਚ ਓੰਕਾਰ ਦੀ ਬਾਣੀ ਉਚਾਰਨ ਕੀਤੀ, ਪਰ ਜਿਸ ਨੂੰ ਅਸੀਂ ਪ੍ਰਚਲਿਤ ਨਾਮ ਦੱਖਣੀ ਓੰਕਾਰ ਕਹਿੰਦੇ ਹਾਂ। ਅਸਲ 'ਚ ਹਿੰਦੂਇਜ਼ਮ ਦੇ ਅੰਦਰ 12 ਸ਼ਿਵਲਿੰਗਾਂ ਦੀ ਪੂਜਾ ਕੀਤੀ ਜਾਂਦੀ ਹੈ। ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ। ਪਰ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਦੇ ਕੰਢੇ ਤੇ ਇੱਕ ਮੰਦਿਰ ਹੈ, ਉਸ ਮੰਦਿਰ ਦਾ ਨਾਮ ਹੀ ਓੰਕਾਰੇਸ਼ਵਰ ਹੈ। ਨਾਮ ਓੰਕਾਰੇਸ਼ਵਰ ਜ਼ਰੂਰ ਹੈ, ਪਰ ਉੱਥੇ ਓੰਕਾਰ ਦੀ ਉਪਾਸਨਾ ਨਹੀਂ, ਉੱਥੇ ਵੀ ਸ਼ਿਵਲਿੰਗ ਦੀ ਪੂਜਾ ਹੀ ਕੀਤੀ ਜਾਂਦੀ ਹੈ। ਭਾਵਾਂ ਕਿ ਕੁਝ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਹੜੀ ਦੱਖਣੀ ਓੰਕਾਰ ਦੀ ਬਾਣੀ ਹੈ, ਇਹ ਸਤਿਗੁਰਾਂ ਨੇ ਉੱਥੇ ਪਾਂਡਿਆਂ ਨੂੰ ਸਮਝਾਉਣ ਦੇ ਲਈ ਓੰਕਾਰੇਸ਼ਵਰ ਦੀ ਧਰਤੀ ਤੇ ਨਰਮਦਾ ਦੇ ਕੰਢੇ ਇਹ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਪਰ ਦਾਸ ਇੱਕ ਬੇਨਤੀ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਹਿਲਾ ਸ਼ਬਦ ਇੱਕ ਓੰਕਾਰ। ਸਿੱਖ ਇਹਨੂੰ ਧਿਆਨ ਵਿੱਚ, ਜੇਨ ਵਿੱਚ ਰੱਖ ਲਵੇ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਇਹਨੂੰ ਇੱਕ ਓੰਕਾਰ ਸ਼ਬਦ ਜੇਨ ਚੋਂ ਨਿਕਲੇ ਨਾ, ਕਿਉਂਕਿ ਭਾਵੇਂ ਕਿਸੇ ਮਹਾਂਪੁਰਖ ਨੂੰ ਪੜੋਗੇ, ਸਾਰੀ ਬਾਣੀ ਦਾ ਮਕਸਦ ਇੱਕੋ ਹੈ ਕਿ ਇਸ ਜੀਵ ਆਤਮਾ ਨੂੰ ਇੱਕ ਓੰਕਾਰ ਨਾਲ ਜੋੜ ਦਿੱਤਾ ਜਾਏ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ, ਕਿ ਕੁਝ ਭਗਤ ਸਾਹਿਬਾਨਾਂ ਨੇ ਓੰਕਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ। ਉਹਨਾਂ ਦੀ ਰਚਨਾ ਪੜੋ, ਉਹਦੇ 'ਚ ਓੰਕਾਰ ਸ਼ਬਦ ਨਹੀਂ ਮਿਲੇਗਾ, ਜਿਨ੍ਹਾਂ ਦਾ ਇੱਕ ਇੱਕ ਸ਼ਬਦ ਹੈ। ਭਗਤ ਧੰਨਾ ਸਾਹਿਬ ਜੀ ਦੀ ਬਾਣੀ 'ਚ ਨਹੀਂ ਮਿਲੇਗਾ।
ਬਾਬਾ ਫਰੀਦ ਸਾਹਿਬ ਦੀ ਰਚਨਾ 'ਚ ਨਹੀਂ ਮਿਲੇਗਾ। ਪਰ ਮੁੱਕਦੀ ਗੱਲ ਕਿ ਸਤਿਗੁਰਾਂ ਨੇ ਆਪਣੇ ਕੋਲੋਂ ਜਿੱਥੇ ਭਗਤ ਰਚਨਾ ਭਗਤਾਂ ਦੇ ਅੰਮ੍ਰਿਤ ਬੋਲ ਦਰਜ ਕੀਤੇ, ਉਹਦੇ ਉੱਪਰ ਵੀ ਸਰਲੇਖ ਮੇਰੇ ਸਤਿਗੁਰੂ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਦਿੱਤਾ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਸਰਲੇਖ ਲਿਖ ਰਹੇ। ਇਹਦਾ ਕਾਰਨ ਕੀ ਸੀ? ਇਹਦਾ ਮਤਲਬ ਸੀ ਸ਼ਬਦ ਭਾਵੇਂ ਬੀਠਲ ਨਾਮ ਨਾਲ ਪ੍ਰਭੂ ਨੂੰ ਸੰਬੋਧਨ ਕਰੀਏ, ਸ਼ਬਦ ਭਾਵੇਂ ਰਾਮ ਨਾਲ ਮੁਖਾਤਬ ਕਰੀਏ, ਸ਼ਬਦ ਭਾਵੇਂ ਅੱਲਾ ਵਰਤ ਕੇ ਪਰਮਾਤਮਾ ਨੂੰ ਸੰਬੋਧਨ ਕੀਤਾ ਜਾਏ, ਸ਼ਬਦ ਭਾਵੇਂ ਗੋਪਾਲ ਵਰਤਿਆ ਜਾਏ, ਸ਼ਬਦ ਮੁਰਾਰੀ ਵਰਤਿਆ ਜਾਏ, ਸ਼ਬਦ ਭਾਵੇਂ ਰੱਬ ਵਰਤਿਆ ਜਾਏ, ਪਰ ਇਹ ਗੱਲ ਤੈਨੂੰ ਪੱਕੀ ਤਰ੍ਹਾਂ ਚੇਤੇ ਰਹੇ ਕਿ ਬੀਠਲ ਗੋਪਾਲ ਮੁਰਾਰੀ ਅੱਲਾ ਰਹੀਮ ਕਰੀਮ ਜੋ ਵੀ ਸ਼ਬਦ ਵਰਤਿਆ ਜਾਏ ਭਰਮ ਚ ਨਾ ਪੈ ਜੀ। ਹਰ ਸ਼ਬਦ ਦਾ ਮਕਸਦ ਇੱਕੋ ਹੋਵੇ ਕਿ ਤੂੰ ਇੱਕ ਓੰਕਾਰ ਨਾਲ ਜੁੜੇ ਤੇ ਸਤਿਗੁਰ ਪ੍ਰਸਾਦ ਤੈਨੂੰ ਮਿਲ ਜਾਏ। ਫਿਰ ਬੇਨਤੀ ਇਹਨੂੰ ਥੋੜੀ ਜੀ ਦੁਹਰਾਵਾਂਗਾ। ਹੁਣ ਇੱਕ ਓੰਕਾਰ ਜਿਹੜਾ ਬਚਨ ਹੈ, ਭਾਵਾਂ ਕਿ ਇੱਕ ਵਾਰੀ ਦੀ ਬੜੀ ਵਿਸਤਾਰ ਸਹਿਤ ਵਿਆਖਿਆ ਕੀਤੀ ਸੀ, ਆਉਣਾ ਮੈਂ ਸਿੱਖ ਸ਼ਬਦ ਸੰਬੰਧੀ ਸਿਰਫ ਅੱਜ ਕਿ ਜਿਹੜਾ ਇੱਕ ਸ਼ਬਦ ਹੈ, ਪਾਠ ਕਰਨ ਵਾਲੇ ਗੁਰਸਿੱਖ ਬੈਠੇ ਹੋ, ਸਤਿਗੁਰਾਂ ਨੇ ਇੱਕ ਸ਼ਬਦ ਓੰਕਾਰ ਤੋਂ ਪਹਿਲਾਂ ਅੱਖਰਾਂ ਦਾ ਰੂਪ ਨਹੀਂ ਦਿੱਤਾ। ਹਾਲਾਂਕਿ ਗੁਰਬਾਣੀ 'ਚ ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ ਇੱਕ ਸ਼ਬਦ ਹੁੰਦਾ ਹੈ। ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਇੱਕ ਸ਼ਬਦ ਹੁੰਦਾ ਹੈ। ਵਿਆਕਰਨ ਅਨੁਸਾਰ ਜਿੱਥੇ ਉਹ ਸ਼ਬਦ ਵਰਤੇ ਜਾਂਦੇ ਨੇ ਉੱਥੇ ਅਰਥਾਂ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਇਹਦਾ ਅਰਥ ਇੱਕ ਵਚਨ ਵਿੱਚ ਹੈ ਜਾਂ ਬਹੁ ਵਚਨ ਵਿੱਚ ਹੈ। ਪਰ ਸਤਿਗੁਰੂ ਨੇ ਓੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਨਹੀਂ ਲਿਖਿਆ। ਉਹਨਾਂ ਨੇ ਖਿੰਦਸੇ ਵਾਲਾ ਸ਼ਬਦ ਵਰਤ ਲਵਾਂ, ਖਿੰਦਸੇ ਵਾਲਾ ਜਿਹੜਾ ਪਹਿਲਾ ਅੰਕ ਹੈ ਉਸ ਦੀ ਵਰਤੋਂ ਕੀਤੀ ਹੈ। ਸਿੱਖ ਵਿਦਵਾਨ ਤੇ ਮਹਾਂਪੁਰਖ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਅਸਲ 'ਚ ਜਿਹੜਾ ਓਮ ਸ਼ਬਦ ਸੀ, ਵੇਦ ਤੋਂ ਸ਼ਬਦ ਆਉਂਦਾ ਹੈ ਓਮ, ਇਸ ਓਮ ਸ਼ਬਦ ਦੀ ਜਦੋਂ ਕੋਈ ਇਹਨੂੰ ਉਚਾਰਨ ਕਰਦਾ ਹੈ ਤੇ ਧੁਨੀ ਦੇ ਰੂਪ 'ਚ, ਉਦੋਂ ਇਸ ਧੁਨੀ ਦੇ 3 ਹਿੱਸੇ ਕੀਤੇ ਜਾਂਦੇ ਨੇ। ਜਦੋਂ ਵੀ ਕੋਈ ਓਮ ਸ਼ਬਦ ਬੋਲਦਾ ਹੈ, ਐੜਾ, ਊੜਾ ਤੇ ਮੰਮਾ, ਇਹ 3 ਅੱਖਰ ਬਣਾ ਦਿੱਤੇ ਜਾਂਦੇ ਨੇ ਓਮ। ਤੇ ਉਹਨਾਂ ਕੀ ਕੀਤਾ, ਇਸ ਧੁਨੀ ਦੇ 3 ਅੱਖਰ ਜਿਹੜੇ ਸਨ ਉਹਨਾਂ ਨੂੰ 3 ਦੇਵਤਿਆਂ ਨਾਲ ਜੋੜ ਦਿੱਤਾ, ਬ੍ਰਹਮਾ, ਵਿਸ਼ਨ ਤੇ ਮਹੇਸ਼। ਉਹਨਾਂ ਕਿਹਾ ਵੀ ਜਿਹੜਾ ਓਮ ਸ਼ਬਦ ਹੈ, ਹਾਲਾਂਕਿ ਕੁਝ ਵਿਚਾਰਧਾਰਾ ਹਿੰਦੂਇਜ਼ਮ ਦੇ ਨੂੰ ਬ੍ਰਹਮਵਾਚਕ ਮੰਨਦੀ, ਪਰ ਬਹੁ ਗਿਣਤੀ ਵਿੱਚ ਵਿਦਵਾਨ ਪੰਡਿਤ ਇਹ ਗੱਲ ਕਹਿੰਦੇ ਨੇ ਓਮ ਸ਼ਬਦ, ਇਸ ਵਿੱਚ ਬ੍ਰਹਮਾ, ਵਿਸ਼ਨ ਔਰ ਮਹੇਸ਼ 3 ਦੇਵਤਿਆਂ ਦਾ ਇੱਕ ਇੱਕ ਅੱਖਰ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਹਾਲਾਂਕਿ ਓੰਕਾਰ ਓਮ ਸ਼ਬਦ ਇੱਥੇ ਬ੍ਰਹਮਵਾਚਕ ਹੈ। ਬ੍ਰਹਮਵਾਚਕ ਸ਼ਬਦ ਆਪਾਂ ਸਮਝ ਗਏ ਨਾ ਕਿ ਪਰਮਾਤਮਾ ਲਈ। ਕਾਰ ਸ਼ਬਦ ਦੇ ਅਰਥ ਜਿਸ ਨੂੰ ਉੱਪਰ ਆਪਾਂ ਲਕੀਰ ਰੂਪ ਕਹਿੰਦੇ, ਕਾਰ ਜਿਹੜਾ ਹੈ ਉਸ ਦੀ ਨਿਰੰਤਰਤਾ, ਸਰਵ ਵਿਆਪਕ, ਉਹ ਜਿਹੜਾ ਇੱਕ ਹੈ, ਭਾਵਾਂ ਅੱਖਰ ਵਿੱਚ ਓੰਕਾਰ ਹੈ। ਖਿਮਾ ਕਰਿਓ, ਖੁੱਲੇ ਦਿਲ ਨਾਲ ਸੁਣਿਓ, ਕਾਗਜ਼ ਉੱਤੇ ਗੁਰਦੇਵ ਨੇ ਇੱਕ ਓੰਕਾਰ ਸ਼ਬਦ ਪਾਇਆ, ਪਰ ਯਾਦ ਰੱਖੋ ਜੋ ਕਾਗਜ਼ ਉੱਤੇ ਗੁਰਦੇਵ ਨੇ ਆਪ ਲਿਖਿਆ, ਅਸਲ 'ਚ ਉਹਦਾ ਪੂਰਾ ਪਸਾਰਾ ਬਾਲ ਸ੍ਰਿਸ਼ਟੀ ਦੇ ਵਿੱਚ ਹੈ। ਜੋ ਲਿਖਿਆ ਹੈ ਓੰਕਾਰ, ਕਾਰ ਦਾ ਅਰਥ ਕੀਤਾ ਇੱਕ ਰਸ, ਸਰਬ ਵਿਆਪਕ, ਨਿਰੰਤਰ, ਜਿਹਦੇ ਵਿੱਚ ਰੰਚਕ ਮਾਤਰ ਵੀ ਕਿਤੇ ਕੋਈ ਤੋਟ ਨਹੀਂ, ਕਿਤੇ ਕੋਈ ਕਾਟ ਨਹੀਂ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਘਰ ਵਿੱਚ ਓੰਕਾਰ ਸ਼ਬਦ ਉਹ ਕਿਸੇ ਦੇਵਤੇ ਤੇ ਕੀਰਤਨ ਦੀ ਪੂਜਾ ਵਾਸਤੇ ਨਹੀਂ। ਓੰਕਾਰ ਸ਼ਬਦ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਲਖਾਇਕ ਬ੍ਰਹਮਵਾਚਕ ਹੈ। ਪਰ ਅਗਲੀ ਗੱਲ ਕਿਰਪਾ ਇਹ ਕੀਤੀ ਉਹਨਾਂ ਨੇ ਓੰਕਾਰ ਤੋਂ ਪਹਿਲਾਂ ਅੱਖਰਾਂ ਵਿੱਚ ਇੱਕ ਬਣਤਰ ਬਣਾਈ ਹੀ ਨਹੀਂ। ਈੜੀ ਨੂੰ ਸਿਹਾਰੀ ਕੱਕਾ ਨਹੀਂ ਪਾਇਆ, ਕਿਉਂਕਿ ਵਿਦਵਾਨ ਨੇ ਆਉਣ ਵਾਲੇ ਸਮੇਂ 'ਚ ਆਪਣੇ ਮਤਲਬ ਦੇ, ਕਿਉਂਕਿ ਅੱਜ ਵੀ ਅਰਥ ਹਰ ਬੰਦਾ ਆਪਣੇ ਢੰਗ ਨਾਲ ਕਰ ਰਿਹਾ, ਜਿਹੜਾ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਹੈ, ਧਿਆਨ ਦਿਆ ਜੀ, ਸ਼ਬਦ ਜਿਹੜਾ ਉਹ ਅੱਖਰ ਬਦਲ ਜਾਂਦਾ ਹੈ, ਪਰ ਜਿਹੜਾ ਅੰਕ ਹੈ ਉਹ ਅਰਥ ਨਹੀਂ ਬਦਲਦਾ ਹੁੰਦਾ। ਫਿਰ ਇਹਨੂੰ ਬੇਨਤੀ ਨੂੰ ਸੁਣਿਓ, ਜਿਹੜਾ ਅੱਖਰਾਂ ਦਾ ਜੋੜ ਸ਼ਬਦ ਹੈ, ਸ਼ਬਦ ਅਰਥ ਜ਼ਰੂਰ ਚੇਂਜ ਕਰ ਜਾਏਗਾ, ਪਰ ਜੇ ਚੇਤੇ ਰੱਖੋ ਜਦੋਂ ਅੰਕ ਲਿਖੋਗੇ
ਅੰਕ ਤਾਂ ਅਰਥ ਚੇਂਜ ਕਰ ਹੀ ਨਹੀਂ ਸਕਦਾ। ਜਿਵੇਂ ਅਸੀਂ ਸ਼ਬਦ ਇੱਕ ਵਰਤਨੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਘਰ, ਇਹ ਅੱਖਰ ਹੀ ਹੈ ਨਾ, ਘੱਗਾ ਤੇ ਰਾਰਾ, ਤੇ ਕਿਤੇ ਰਾਰੇ ਥੱਲੇ ਔਂਕੜ, ਕਿਤੇ ਘੱਗਾ ਰਾਰਾ, ਘਰ ਦੇ ਰਾਰੇ ਨੂੰ ਸਿਆਰੀ। ਪਰ ਦੇਖੋ ਇਹ ਉਚਾਰਨ ਇੱਕ ਹੈ ਪਰ ਅਰਥ ਚੇਂਜ ਕਰ ਜਾਂਦਾ ਹੈ ਸ਼ਬਦ। ਹਾਲਾਂਕਿ ਸ਼ਬਦ ਦੀ ਬਣਤਰ ਇੱਕ, ਸਪੈਲਿੰਗ ਇੱਕ ਹੈ ਪਰ ਅਰਥ ਇੱਕ ਨਹੀਂ ਰੱਖਦਾ। ਇਹ ਸਮੇਂ ਅਨੁਸਾਰ ਜਿੱਥੇ ਵਰਤਿਆ ਜਾਂਦਾ ਉੱਥੇ ਆਪਣੇ ਅਰਥ ਨਵੇਂ ਬਣਾ ਲੈਂਦਾ, ਅਰਥ ਜਿਹੜੇ ਨੇ ਚੇਂਜ ਕਰ ਜਾਂਦਾ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨਾਲ ਪਹਿਲੇ ਘਰ ਤੋਂ ਲੈ ਕੇ 17 ਘਰ ਤੱਕ ਗੁਰੂ ਗ੍ਰੰਥ ਸਾਹਿਬ ਚ ਆਇਆ, ਇਸ ਤਰੀਕੇ 17 ਘਰ ਤੱਕ ਆਇਆ। ਹਾਲਾਂਕਿ ਗੁਰਦੇਵ ਨੇ 2 ਥਾਵਾਂ ਤੇ ਖਾਸ ਕਰਕੇ ਇਸ਼ਾਰਾ ਕੀਤਾ ਕਿ ਘਰ ਦਾ ਸੰਬੰਧ ਗਾਉਣ ਦੇ ਨਾਲ ਹੈ। ਇੱਕ ਸਵਾਨ ਕਹਿ ਘਰ ਗਾਵਣਾ, ਗਾਵਣਾ ਦਾ ਮਤਲਬ ਇਸ਼ਾਰਾ ਕਰ ਦਿੱਤਾ ਇਹਨੂੰ ਗਾਓ। ਉਹ ਸ਼ਬਦ ਕਬੀਰ ਸਾਹਿਬ ਦਾ ਪਹਿਲਾ ਕਿ ਜਨਨੀ ਜਾਨ ਸੁਧ ਵੱਡਾ ਹੋਤਾ ਹੈ ਇਤਨਾ ਕੂ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਕੈ। ਇਹਦਾ ਮਤਲਬ ਇਸ ਸ਼ਬਦ ਨੂੰ ਉਸ ਘਰ ਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਬਚਨ ਹੁੰਦਾ ਹੈ। ਯਾਨੀ ਜਿਹੜਾ ਕਿ ਘਰ ਗਾਵਣਾ, ਇਹਦਾ ਮਤਲਬ ਇਸ ਸ਼ਬਦ ਨੂੰ ਗਾਉਣ ਵਾਲਾ ਰਬਾਬੀ ਉਸ ਘਰ ਵਿੱਚ ਗਾਏ ਜਿਸ ਘਰ ਵਿੱਚ ਗੁਰਦੇਵ ਦਾ ਇਹ ਸ਼ਬਦ ਗਾਇਆ ਗਿਆ ਹੈ। ਇਹ ਆਨੜੀਏ ਮਾਨੜਾ ਕਾਇ ਕਰੇ, ਇਹਦਾ ਮਤਲਬ ਘਰ ਨਾਲ ਗਾਉਣ ਦਾ ਸੰਬੰਧ। ਦੇਖੋ ਇੱਕ ਤਾਂ ਘਰ ਦਾ ਅਰਥ ਹੈ ਜਿਹਦਾ ਗਾਉਣ ਨਾਲ ਕਹਿ ਲਈਏ, ਸੰਗੀਤ ਨਾਲ ਕਹਿ ਲਈਏ, ਤੇ ਖਾਸ ਕਰਕੇ ਕਵਿਤਾ ਨਾਲ ਉਹਦਾ ਸੰਬੰਧ ਹੈ। ਪਰ ਇਹ ਘਰ ਸ਼ਬਦ ਅਰਥ ਚੇਂਜ ਕਰੇਗਾ। ਇਸੇ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ 6 ਘਰ 6 ਗੁਰ, ਪਰ ਇੱਥੇ ਘਰ ਦੇ ਅਰਥ ਚੇਂਜ ਹੋ ਗਏ। ਇੱਥੇ ਘਰ ਦਾ ਅਰਥ ਸੰਗੀਤ ਨਾਲ ਨਹੀਂ ਰਿਹਾ, ਇੱਥੇ ਘਰ ਦਾ ਅਰਥ ਹੋ ਗਿਆ 6 ਸ਼ਾਸਤਰ। ਉਸ ਤੋਂ ਬਾਅਦ ਅਸੀਂ ਬਾਣੀ ਚ ਇੱਕ ਬਚਨ ਪੜ੍ਹਨੇ ਆ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਉੱਥੇ ਵੀ ਅਰਥ ਤਬਦੀਲ ਕਰ ਗਿਆ, ਉੱਥੇ ਅਰਥ ਹੋ ਗਿਆ ਗ੍ਰੰਥ ਜਾਂ ਪੁਸਤਕ ਰੂਪ। ਉਸ ਤੋਂ ਬਾਅਦ ਅਸੀਂ ਪਾਠ ਜਦੋਂ ਕਰਨੇ ਆ ਤੇ ਬਾਬਾ ਜੀ ਦਾ ਇੱਕ ਬਚਨ ਆਉਂਦਾ ਕਿ ਘਰ ਕੀ ਨਾਰ ਬਹੁਤ ਇਤਜਾਸਿਓ, ਉੱਥੇ ਅਰਥ ਤਬਦੀਲ ਕਰ ਗਿਆ, ਉੱਥੇ ਘਰ ਕੀ ਨਾਰ ਦਾ ਅਰਥ ਘਰ ਵਾਲੀ ਬਣ ਗਿਆ। ਜਦੋਂ ਪਾਠ ਕੀਤਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ, ਅਰਥ ਚੇਂਜ ਹੋ ਗਿਆ। ਉੱਥੇ ਬੋਡੀ ਸਾਡਾ ਤਨ ਅਰਥ ਹੋ ਗਿਆ, ਚੇਂਜ ਕਰਦਾ। ਜਿਹੜਾ ਮੈਂ ਤਾਂ ਬੇਨਤੀ ਕਰ ਰਿਹਾ, ਸ਼ਬਦ ਨਹੀਂ ਗੁਰਦੇਵ ਨੇ ਓਂਕਾਰ ਤੋਂ ਪਹਿਲਾਂ ਬਣਾਇਆ, ਉਹਨਾਂ ਦੀ ਖਿੰਦ ਸੇ, ਕਿਉਂਕਿ ਸ਼ਬਦ ਅਰਥ ਤਬਦੀਲ ਕਰਨ ਦੀ ਸਮਰੱਥਾ ਰੱਖਦਾ ਹੈ ਪਰ ਅੰਕ ਅਰਥ ਨਹੀਂ ਚੇਂਜ ਕਰੇਗਾ। ਘਰ ਦੇ ਕਿੰਨੇ ਅਰਥ ਬਣ ਜਾਣਗੇ। ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਆਤਮਿਕ ਅਵਸਥਾ ਬਣ ਗਈ। ਨਾਨਕ ਬੱਧਾ ਘਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ, ਅਰਥ ਉੱਥੇ ਵੀ ਚੇਂਜ ਹੋ ਗਏ। ਮੈਂ ਬੇਨਤੀ ਕਰਾਂਗਾ ਕਿ ਸ਼ਬਦ ਜਿਹੜਾ ਹੈ ਉਹ ਆਪਣੇ ਅਰਥ ਤਬਦੀਲ ਕਰ ਜਾਂਦਾ ਹੈ। ਇੱਕੋ ਸ਼ਬਦ, ਇੱਕੋ ਸਪੈਲਿੰਗ, ਇੱਕੋ ਉਚਾਰਨ, ਉਹਦਾ ਹਰ ਥਾਂ ਤੇ ਅਰਥ ਇੱਕੋ ਨਹੀਂ। ਪਰ ਪਿਆਰਿਓ, ਜੇ ਹਿੰਦਸੇ ਵਾਲਾ ਇੱਕ ਲਿਖੋਗੇ ਇਹਦਾ ਅਰਥ ਕਦੀ ਵੀ ਚੇਂਜ ਨਹੀਂ ਹੋਣਾ, ਕਿਸੇ ਹਾਲਤ ਵਿੱਚ ਵੀ ਚੇਂਜ ਨਹੀਂ ਹੋਣਾ। ਇੱਕ ਦਾ ਅਰਥ ਕੇਵਲ ਇੱਕ, ਤੇ ਸਤਿਗੁਰੂ ਨੇ ਓੰਕਾਰ ਤੋਂ ਪਹਿਲਾਂ ਇੱਕ ਹਿੰਦਸੇ ਵਾਲਾ ਲਿਖ ਕੇ ਇਸ ਗੱਲ ਨੂੰ ਦ੍ਰਿੜ ਕਰਾ ਦਿੱਤਾ ਕਿ ਸਿੱਖ ਉਸ ਦੀ ਪੂਜਾ ਕਰਦਾ ਜਿਹੜਾ ਇੱਕ, ਜਿਸ ਇੱਕ ਵਰਗਾ ਹੋਰ ਕੋਈ ਵੀ ਨਹੀਂ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨੇ ਕਿਰਪਾ ਕੀਤੀ। ਹੁਣ ਆਪ ਪਾਠ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਚ, ਤੇ ਹਾਲਾਂਕਿ ਉਹਦੇ ਸਰਗੁਣ ਰੂਪ ਦੀ ਝਲਕ ਬੜੀ ਦਿੱਤੀ। ਇਸਲਾਮ ਅੰਦਰ ਦੇਖੋ ਆਪੋ ਆਪਣਾ, ਸਾਡੇ ਉੱਤੇ ਇਹ ਗੱਲ ਥੋੜਾ ਜਿਹਾ ਪਰਛਾਵਾਂ ਪੈ ਰਿਹਾ। ਬਖਸ਼ ਦਿਆ ਜੇ ਮੈਨੂੰ, ਹੈ ਗੱਲ ਜਿਹੜੇ ਪੜ੍ਹਦੇ ਨੇ ਗੁਰਮਤਿ ਦੇ ਸਾਹਿਤ ਨੂੰ ਸਮਝਣੀ। ਇਸਲਾਮ ਕਹਿੰਦਾ ਵੀ ਰੱਬ ਦਾ ਨਾਮ ਜਦੋਂ ਬੋਲਣਾ ਇਸ ਢੰਗ ਨਾਲ ਬੋਲਣਾ ਵੀ ਉਹਦੀ ਮੂਰਤ ਨਾ ਬਣੇ। ਧਿਆਨ ਦਿਆ ਜੀ, 99 ਨਾਮ ਨੇ ਕੁਰਾਨ 'ਚ, ਅੱਲਾਹੂ ਅਕਬਰ ਸਭ ਤੋਂ ਵੱਡਾ ਨਾਮ ਮੰਨਿਆ ਗਿਆ। ਆ ਸਾਰੇ 99 ਨਾਮਾਂ ਦਾ ਜ਼ਿਕਰ ਨਹੀਂ ਕਰਾਂਗਾ, ਕਰੀਮ ਰਹੀਮ ਉਹਦੀ ਸਿਫਤਾਂ ਕੀਤੀਆਂ ਗਈਆਂ, ਪਰ ਉਹ ਕਹਿੰਦੇ ਨੇ ਇਸ ਢੰਗ ਨਾਲ ਨਾਮ ਬੋਲਿਆ ਗਿਆ ਕਿ ਉਹਦੀ ਸ਼ਕਲ ਨਾ ਬਣੇ। ਧਿਆਨ ਨਾਲ ਸੁਣਿਓ। ਪਰ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੇ ਬੇਅੰਤ ਐਸੇ ਨਾਮ ਨੇ ਜਿਹਦੇ ਵਿੱਚੋਂ ਉਹਦੀ ਸ਼ਕਲ ਬਣਦੀ ਏ, ਉਹਦੇ ਬੋਲ ਬਣਦੇ ਨੇ। ਤੇ ਮੇਰਾ ਖਿਆਲ ਬੰਦਾ ਸਿੱਖ ਜ਼ਿਆਦਾਤਰ ਇਸ ਚੀਜ਼ ਨੂੰ ਸਵੀਕਾਰ ਕਰ ਚੁੱਕੇ ਨੇ, ਫਿਰ ਉਹਨੂੰ ਮੂਰਤੀ ਪੂਜਾ ਕਰਕੇ ਆਪਾਂ ਖੰਡਨ ਕਰਨੇ। ਹੁਣ ਮੈਂ ਬੇਨਤੀ ਕਰਾਂਗਾ, ਦੇਖੋ ਜਦੋਂ ਆਪ ਜੀ ਪਾਠ ਕਰਦੇ ਹੋ, ਤੇਰੇ ਬੰਕੇ ਲੋਇਣ
दंत रसाला, सोहने नक जिन लंबड़े बाला। तस्वीर तो आप कोई नहीं बनाई, जिन्ना मर्जी अपने आप नू संकोची जाओ, पर अर्थ करन लग्या मूर्त जरूर बनेगी। लंबड़े वाल, सोहने दंद, नक, ओदे चेहरे का जिक्र करदियां अखरां नाल तां मूर्त फिर भी बन जाती है। जिवें असीं बोलने मिठ बोलड़ा जी हर सज्जन स्वामी मोरा। मिठ बोलड़ा तां ही बनेगा जे ओदा मूंह होवेगा, ओदे चों बोल निकलेगा, उत्थे भी ओदा स्वरूप बनदा पिया है। जदों असीं पाठ करने आ, तेरी चाल सुहावी मधुराड़ी बाणी, कोकन कोकला तरल जवानी, तरला जवानी आप भानी, इच मन की पूरी है, सारंग ज्यों पग धरै ठिम ठिम। सारंग दा अर्थ इत्थे विखाथी, परमात्मा कि तेरी चाल तां इन्ने कमाल दी है कि जिवें खाथी ऐ ठिम ठिम करके चलदा है। हुण मैं बेनती करां गुरमुखो, ध्यान नाल सोचो, लतीफ अकल नाल सोचो कि रब दी ये तस्वीर बनदी नहीं पई, क्यों सी सरगुण रूप च उन्होंने स्वीकार देखा। मैं बेनती करांगा, गुरबाणी ने यह भी कहा कि पार परम परमेश्वर का कोई रूप नहीं, कोई रेख नहीं, कोई रंग नहीं, कुछ नहीं। पर तुसी पाठ करते हो तनासरी राग च, खास करके सोला साहिब च, सहस तव नैन नन नैन है तोहे को, सहस मूर्त नन्ना एक तोही। सहस पद बिमल नन एक पद, गंध बिन सहस तव गंध इव चलत मुखी। हुण बंदा पुछदा भी ये दुबदा ते ने, एक पासे तेरा एक भी नेत्र नहीं, ते गुरु नानक साहब कहंदे ने हजारां नेत्र तेरे ने। एक पासे तेरा एक भी पैर नहीं, ते कहंदे ने बाकी जिन्ने देखना हजारां तेरे निर्बल पैर ने। एक पासे तेरा एक नासका नहीं, दूजे पासे हजारां तेरियां नासका ने। मेरी बेनती ये वे कि एक पख गुरबाणी च रखिया, ओदा चक्कर चिन्ह रूप रंग कुछ भी नहीं। पर बेनती करांगा, जिहदा कुछ भी रूप रेख नहीं, नास्तिक बंदा जिहड़ा, दो ही बंदे सच्ची गल जे आकी जा हो जाते हैं। एक तां जिहड़ा अभ्यास करदा करदा अंदरों कोई रस ना बने, वह भी बंदा अखीर ते आकी जा हो जाता है, छड्डो जी बड़ी कमाई करके देखी कुछ नहीं। ते दूजा वह जिहड़ा शुरू ते नन्ना पा के तुरदा, रब नाम की कोई चीज ही नहीं। हालांकि वह भी परमात्मा का बनाया है। रामकिशन परमहंस, मैं शब्द कहांगा, खुले दिल नाल सुनियो। कलकत्ते च उन्हां दा स्थान सी, उन्हां नाल नास्तिक बंदा एक बहस करना है। उन्हें कहा मेरे नाल तुसी बहस करो रब उत्ते कि परमात्मा है नहीं, रब नहीं। उन्हें बड़ियां दलीलां दित्तियां। परमहंस सुनी गए रामकिशन। वह बंदा घंटा डेढ़ निरंतर बोलिया, जो कुछ उहदे कोल ज्ञान सी हर ज्ञान उन्हें झाड़ दिता। रामकिशन जी नूं कहंदा दिओगे उत्तर? कहन लगे अगे तां थोड़ा थोड़ा मैनू भी शक पैदा हुंदा सी भी रब है कि नहीं, पर तेनू सुन तो बाद पक्का शक निकल गया कि रब है, त्रै काल सत है। उन्हें कहा हद होगी, मैं तां इस बंदे नूं डेगण आया सा। वो कहंदा किवें? कहंदा तू डेढ़ घंटा बोलिया, जो कुछ तू बोलिया, जो दलीलां तू दित्तियां, भावें तू ये सिद्ध करन दा यतन कीता रब नाम दी कोई चीज नहीं, पर यह सच्ची गल है वे रब तो बिना तेनों कोई ज्ञान दे नहीं सी सकदा। उन्हें अपने बारे भी चिन्ह तेन दिता भी ना बारे तू बोल। यह भी सब तो वड्डा प्रमाण, तेरी अकल इन्ना नहीं सी बोल सकती है भी तेरे पीछे कोई बोल रहा है। मैनू तेनू सुन के भरोसा हो गया रब त्रै काल सत है। बस इन्ना शब्द क्यों नास्तिक बंदा मथा टेके। मैं एक बेनती करांगा, सतगुरु ने एक पक्ष रखिया पार ब्रह्म परमेश्वर, जिदा कोई रूप नहीं, कोई रेख नहीं। ते खास करके ध्यान दिया जे, मैं दूर नहीं जाऊंगा अज दी विचार तो। आपां कहां भी गल तां गुरसिੱਖੀ दी ਇਹ निशानी शुरू कर दी, पर आरंभ तो बेनती करनी चाहांगा, सिख केवल बाहर दा ढांचा ही नहीं, केवल सिख मैनू बख्श दिओ केवल बाहर दा स्वरूप ही नहीं। सिख दा एक रिश्ता ओदे नाल है जिहदा चक्कर चिन्ह कोई नहीं। जदों इहदे विचों फिर वो वरतदा ते पंजां तत्तां विच रहण वाला सिख अकाल अकाल पुकार उठदा है। पुरातन साडे बजुर्ग अकाल अकाल पुकारदे सन, जिहदा कोई रोप रेख नहीं। जदों इस पंजां तत्तां दे शरीर विच शब्द वरतदा है, सच एवे सिख दा रोम रोम जिहदा रूप रेख नहीं, उहनूं स्वीकार करदा है। जिवें असीं जाप साहिब पढ़ने,
पहला शंत छपे शंत खास करके कि चक्कर चेन और वर्ण जात और पात नहीं जे, रूप रंग और रेख भे को कह न सकत कहीं। हुण देखो ये दो तुकां खास करके ओदा चक्कर चेन कोई नहीं, जिवें साडे निशान ने, रब दे किहड़े फिंगरप्रिंट ने, ओदा कोई रूप भी नहीं, वो काला पीला चिट्टा। हालांकि फिर मैं बेनती करांगा, बाणी च एक नाम का जिक्र किया, सावल सुंदर रामैया, शाम सुंदरता च नींद क्यों आई, वो काले रंग का प्रतीक है। पर जिन्हों सी पूज रहे खां, चक्कर चेन और बल जात और पात नहीं जे, कोई रूप नहीं, कोई रेख नहीं, कोई रंग नहीं, कोई जात नहीं, कोई पात नहीं, कुछ भी नहीं। चक्कर